हाँ जी, शुरू करते हैं बच्चों ਆਪਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਪੋਲਿਟੀ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਡਿਸਕਸ ਕਰਨਾ ਬੱਚਿਓ। ਬਹੁਤ ਅਗੇਨ ਹਰ ਕਲਾਸ ਦੀ ਤਰ੍ਹਾਂ ਰੇਅਰੈਸਟ ਆਫ ਦਾ ਰੇਅਰ ਕੇਸ ਹੈ ਵੀ ਅੱਜ ਦੀ ਕਲਾਸ ਦੇ ਵਿੱਚੋਂ ਸਵਾਲ ਨਾ ਬਣੇ ਤੇ ਅੱਜ ਪੱਕਾ ਬੱਚੋ ਸੱਚ ਬੋਲ ਰਹੇ ਹਾਂ, ਪੱਕੀ ਗੱਲ ਹੈ। ਤੁਸੀਂ ਆਪੇ ਸਮਝ ਲਓਗੇ ਅੱਜ ਦੇ ਟੌਪਿਕ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੈ ਅੱਜ ਆਪਣੇ ਇਸ ਮੁਲਕ ਦੇ ਵਿੱਚ, ਕਿਉਂਕਿ ਇਹਦਾ ਮਿਸਯੂਜ਼ ਬਹੁਤ ਜ਼ਿਆਦਾ ਹੁੰਦਾ। ਉਹ ਸਾਰੇ ਆਪਾਂ ਮਿਸਯੂਜ਼ ਵੀ ਦੇਖਾਂਗੇ, ਉਹ ਸਾਰੇ ਯੂਜ਼ ਘੱਟ ਹੁੰਦਾ, ਮਿਸਯੂਜ਼ ਜ਼ਿਆਦਾ ਹੁੰਦਾ। ਸਮਝ ਮੇਰੀ ਗੱਲ? ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ। ਲਾਸਟ ਕਲਾਸ ਬੱਚੇ ਆਪਾਂ ਪਾਰਟ 17 ਤੱਕ ਗੱਲ ਕਰੀ ਹੈ, 343 ਤੋਂ ਲੈ ਕੇ 351 ਤੱਕ ਗੱਲ ਕਰੀ ਹੈ। 350A ਬਹੁਤ ਹੀ ਇੰਪੋਰਟੈਂਟ ਆਰਟੀਕਲ ਹੈ। 338, 338A, 338B ਜ਼ਿਆਦਾ ਇੰਪੋਰਟੈਂਟ ਆर्टिकल है। 280 फाइनेंस कमीशन है, 263 इंटरस्टेट काउंसिल है, 266, 267, 315 यूपीएससी है, 324 इलेक्शन कमीशन ऑफ इंडिया है। जो भी बॉडीज है ਇਹਦਾ ਬਰਾਬਰ ਹੁਣ ਚਾਰਟ ਬਣਾਉਣਾ ਘਰੇ ਸਟਾਰਟ ਕਰ ਦੋ। ਤੁਰਦੇ ਫਿਰਦੇ ਉਸ ਚਾਰਟ ਤੇ ਨਜ਼ਰ ਮਾਰ ਲਿਆ ਕਰੋ ਵੀ ਕਿਹੜੇ ਆਰਟੀਕਲ ਦੇ ਵਿੱਚ ਕੀ ਹੈ। ਉਦੋਂ ਹਫ਼ਤੇ ਚਾਰਟ ਪਾੜ ਕੇ ਛੱਡ ਦਿਓ, ਸਾਰੀ ਉਮਰ ਫਿਰ ਦਿਮਾਗ ਤਾਂ ਸਿਰ ਤਾਂ ਆਪਣੇ ਨਾਲ ਹੁੰਦਾ ਹੀ ਹੈ, ਕਦੋਂ ਮਰਜ਼ੀ ਪੁੱਛ ਸਕਦੇ ਆ, ਆਰਾਮ ਨਾਲ ਦੱਸ ਦਾਂਗੇ ਬੱਚੋ। ਅੱਜ ਆਪਾਂ ਗੱਲ ਕਰਨੀ ਹੈ ਪਾਰਟ ਨੰਬਰ 18ਵੇਂ ਦੀ। ਝਾਕੀ ਜਾਂਦੇ ਹੋਵੋਗੇ ਵੀ ਅੱਜ ਟੌਪਿਕ ਦਿਸ ਨਹੀਂ ਰਿਹਾ, ਚੱਕੋ ਦਿਖਾ ਦਿੰਦੇ ਆ। ਪਾਰਟ 18 ਲਓ ਵੀ, ਪਾਰਟ 18 ਐਡਾ ਬੈਸਟ ਆ ਬੱਚੋ। ਅੱਜ ਸਾਰਾ ਪੂਰਾ ਆਪਾਂ ਨੂੰ ਥੋਰਲੀ ਡਿਸਕਸ ਕਰਾਂਗੇ। ਐਮਰਜੈਂਸੀ ਪ੍ਰੋਵੀਜ਼ਨਸ ਆਰਟੀਕਲ ਨੰਬਰ 352 ਤੋਂ ਲੈ ਕੇ 360। ਹੁਣ ਤੁਹਾਨੂੰ ਪਤਾ ਹੀ ਹੈ ਬੱਚੋ, ਐਡਾ ਵੱਡਾ ਮੁਲਕ ਹੈ, ਬਾਕੀ ਗਵਾਂਢ ਬਹੁਤ ਗੰਦਾ ਹੈ, ਕੋਈ ਨਹੀਂ ਪਤਾ ਆਪਣੇ ਮੁਲਕ 'ਚ ਕਿਹੋ ਜਿਹੇ ਹਾਲਾਤ ਕਦੋਂ ਮਰਜ਼ੀ ਪੈਦਾ ਹੋ ਸਕਦੇ ਹੈ। ਸੋ ਉਹਨਾਂ ਹਾਲਾਤਾਂ ਦੇ ਨਾਲ ਆਪਾਂ ਨੂੰ ਨਜਿੱਠਣ ਵਾਸਤੇ ਵੀ ਸਰਕਾਰ ਕੀ ਸਟੈਪ ਚੱਕ ਸਕਦੀ ਹੈ, ਉਹਦੇ ਵਾਸਤੇ ਵੀ ਆਪਣੇ ਸੰਵਿਧਾਨ 'ਚ ਬੜਾ ਕੁਝ ਲਿਖਿਆ ਬੱਚੋ। ਤਾਂ ਹੀ ਐਡਾ ਵੱਡਾ ਆਪਣਾ ਸੰਵਿਧਾਨ ਹੈ, ਐਡਾ ਵੱਡਾ ਆਪਣਾ ਮੁਲਕ ਹੈ। ਐਮਰਜੈਂਸੀ ਪ੍ਰੋਵੀਜ਼ਨਸ, ਇਹ ਪ੍ਰੋਵੀਜ਼ਨਸ ਬੱਚੋ ਨਾਂ ਤੋਂ ਪਤਾ ਲੱਗੀ ਜਾਂਦਾ ਹੈ ਵੀ ਕੋਈ ਵੀ ਐਮਰਜੈਂਸੀ ਸਿਚੁਏਸ਼ਨ ਜੇਕਰ ਆਪਣੇ ਦੇਸ਼ 'ਚ ਪੈਦਾ ਹੁੰਦੀ ਹੈ ਉਹਨੂੰ ਆਪਾਂ ਕਿਵੇਂ ਹੈਂਡਲ ਕਰਨਾ ਹੈ। ਪਹਿਲੀ ਗੱਲ ਤਾਂ ਐਮਰਜੈਂਸੀ ਪ੍ਰੋਵੀਜ਼ਨ ਦੇ ਵਿੱਚ ਸੈਂਟਰ ਸਰਕਾਰ ਬੱਚੋ ਬਹੁਤ ਆਪਣੇ ਦੇਸ਼ 'ਚ ਹਾਵੀ ਹੋ ਜਾਂਦੀ ਹੈ। ਜਿਹੜਾ ਆਪਣਾ ਫੈਡਰਲ ਸਟਰਕਚਰ ਹੁੰਦਾ ਹੈ ਇਹ ਤਾਂ ਖਤਮ ਹੀ ਹੋ ਜਾਂਦਾ। ਬਸ ਤੁਸੀਂ ਐਂ ਹਿਸਾਬ ਲਾ ਲਓ ਵੀ ਫੈਡਰਲ ਸਟਰਕਚਰ ਬੱਚਾ ਆਪਣਾ ਕੀ ਬਣ ਜਾਂਦਾ ਹੈ, ਯੂਨਿਟਰੀ ਬਣ ਜਾਂਦਾ ਹੈ। ਜ਼ਿਆਦਾ ਨਾ ਫੈਡਰਲ ਦਾ ਮਤਲਬ ਕੀ ਹੁੰਦਾ ਹੈ ਵੀ ਸੈਂਟਰ ਕੋਲੇ ਆਪਦੀਆਂ ਅਲੱਗ ਪਾਵਰਾਂ ਹੁੰਦੀਆਂ, ਸਟੇਟਾਂ ਕੋਲੇ ਆਪਦੀਆਂ ਅਲੱਗ ਪਾਵਰਾਂ ਹੁੰਦੀਆਂ। ਐਮਰਜੈਂਸੀ ਦੇ ਕੇਸ 'ਚ ਕੋਈ ਪਾਵਰ ਪੂਰੀ ਕੁਛ ਨਹੀਂ, ਸਾਰਾ ਕੁਝ ਕਿਹਨੇ ਹੈਂਡਲ ਕਰਨਾ ਹੁੰਦਾ ਹੈ, ਸੈਂਟਰਲ ਗਵਰਨਮੈਂਟ ਨੇ ਕਰਨਾ ਹੁੰਦਾ। ਸੋ ਸਿੰਪਲ ਇੱਕ ਰਿਸਪੈਕਟਡ ਜੀ ਡੈਫੀਨੇਸ਼ਨ ਹੈ ਤਾਂ ਜੋ ਆਪਾਂ ਨੂੰ ਲਿਖਤੀ ਕੁਐਸਚਨਾਂ ਦੇ ਵਿੱਚ ਹੈਲਪ ਮਿਲ ਜੇ ਮਾੜੀ ਮੋਟੀ। ਥੀਸ ਪ੍ਰੋਵੀਜ਼ਨਸ enable the central government to meet any abnormal situation, ਵੀ ਕੋਈ ਵੀ ਕੱਲ ਨੂੰ abnormal ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਹੈ। ਦੂਜੀ ਗੱਲ ਇਹ ਵੀ ਹੈ, ਆ ਤੁਹਾਨੂੰ ਮੈਂ ਦੱਸ ਹੀ ਦਿੱਤਾ, ਡਿਊਰਿੰਗ ਐਮਰਜੈਂਸੀ ਇਹ ਕਨਵਰਟ ਕਰ ਦਿੰਦਾ ਬੱਚੋ ਜਿਹੜਾ ਆਪਣਾ ਸੰਘੀय ਢਾਂਚਾ ਹੁੰਦਾ ਹੈ ਉਹ ਢਾਂਚਾ ਬਣ ਜਾਂਦਾ ਆਪਣਾ ਯੂਨਿਟਰੀ। ਮਤਲਬ ਕੋਈ ਸੰਵਿਧਾਨ 'ਚ ਅਮੈਂਡਮੈਂਟ ਕਰਨ ਦੀ ਲੋੜ ਨਹੀਂ, ਕੋਈ ਸੋਧ ਕਰਨ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ। ਆਰਾਮ ਨਾਲ ਐਮਰਜੈਂਸੀ ਥੋਪੀ ਤੇ ਸੈਂਟਰ ਸਰਕਾਰ ਹਾਵੀ ਹੋ ਗਈ। ਪਤਾ ਲੱਗ ਗਿਆ? ਮਿਸਯੂਜ਼ ਅੱਗੇ ਪੜਾਂਗੇ ਆਪਾਂ। ਕੁਛ ਆਰਟੀਕਲਸ ਨੂੰ ਤਾਂ ਆਪਣੇ ਸੰਵਿਧਾਨ ਨਿਰਮਾਤਾਵਾਂ ਨੇ ਐਂ ਕਿਹਾ ਸੀ ਵੀ ਇਹ ਤਾਂ ਇਕੱਲੇ ਲਿਖ ਲਓ, ਇਹ ਤਾਂ ਡੈਡ ਲੈਟਰ ਹੈ, ਬਟ ਉਹ ਅੱਜ ਬਣ ਗਏ ਡੈਡਲੀ। ਵੀ ਮਤਲਬ ਕਹਿਣ ਦਾ ਮਤਲਬ ਕੀ ਹੈ ਵੀ ਲਿਖ ਲਓ, ਉਹਨੂੰ ਵਰਤਿਓ ਨਾ। ਪਰ ਆਪਣੀ ਸਿਆਸਤ ਕਿੱਥੇ ਟਲਦੀ ਹੈ ਬੱਚੋ, ਆਪਣੇ ਲੀਡਰ ਕਿੱਥੇ ਟਲਦੇ ਆ, ਆਪਣੇ ਨੇ ਵਰਤ ਕੇ ਗਾਹ ਪਾਤਾ ਉਹਦਾ, ਉਹ ਸਾਰਾ ਆਪਾਂ ਦੇਖਾਂਗੇ। ਠੀਕ ਹੈ, ਟਾਈਮ ਵੇਸਟ ਆਪਾਂ ਨਾ ਕਰੀਏ। ਆਪਣੇ ਸੰਵਿਧਾਨ ਦੇ ਵਿੱਚ ਬੱਚੋ 3 ਤਰ੍ਹਾਂ ਦੀ ਐਮਰਜੈਂਸੀ ਦੀ ਗੱਲ ਕੀਤੀ ਗਈ ਹੈ। ਸੰਵਿਧਾਨ ਪੜ੍ਹ ਰਹੇ ਹੈ ਤਾਂ ਆਰਟੀਕਲ ਨੰਬਰ ਹੁਣ ਕੁਝ ਜ਼ਿਆਦਾ ਇੰਪੋਰਟੈਂਟ ਹੈ। ਮੈਂ ਚੌਕੇ ਮਾਰਨੇ ਆਪਾਂ ਸਾਰੇ, ਆਪਾਂ ਕਰੈਕਟ ਪ੍ਰੇਮੀ ਤਾਂ ਹੈਗੇ ਹੀ ਹੈ। ਆਰਟੀਕਲ ਨੰਬਰ 352, ਅੱਗੇ ਆਰਟੀਕਲ ਨੰਬਰ 356 ਪੜਾਂਗੇ, ਫਿਰ ਆਰਟੀਕਲ ਨੰਬਰ 360 ਪੜਾਂਗੇ। ਸਾਨੂੰ ਚ ਇੱਕਾ ਦੁੱਕਾ ਹੋਰ ਪੜ ਲਾਂਗੇ। ਬਸ ਇਹ ਆਪਣਾ ਪਾਰਟ 18 ਹੈ, ਕੁਛ ਵੀ ਨਹੀਂ ਯਾਰ, ਆਰਾਮ ਨਾਲ ਬੈਠੇ ਰਹੋ ਬਸ ਟਿਕ ਕੇ। ਆਰਟੀਕਲ ਨੰਬਰ 352 ਨੈਸ਼ਨਲ ਐਮਰਜੈਂਸੀ। ਆਰਟੀਕਲ ਨੰਬਰ 352 ਨੈਸ਼ਨਲ ਮਤਲਬ ਜਦੋਂ ਆਪਣੇ ਸਾਰੇ ਦੇਸ਼ 'ਚ ਲਾਗੂ ਹੋ ਜਾਂਦੀ ਹੈ, ਨਾਂ ਤੋਂ ਪਤਾ ਲੱਗੀ ਜਾਂਦਾ। ਪਹਿਲੀ ਗੱਲ ਤਾਂ ਇਸ ਐਮਰਜੈਂਸੀ ਨੂੰ ਬੱਚੋ ਸੰਵਿਧਾਨ 'ਚ ਕਿਹੜੇ ਅੱਖਰ ਨਾਲ ਡੋਨੇਟ ਕੀਤਾ ਗਿਆ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਪ੍ਰੋਕਲੇਮੇਸ਼ਨ ਆਫ ਐਮਰਜੈਂਸੀ, ਵੀ ਜਦੋਂ ਆਪਾਂ ਵਰਡ ਯੂਜ਼ ਕਰਦੇ ਹਾਂ ਇਹ ਸਿੱਧਾ ਸਵਾਲ ਬਣਨਗੇ ਪੇਪਰਾਂ ਦੇ ਵਿੱਚ। ਇਹੋ ਜਿਹੀਆਂ ਸਟੇਟਮੈਂਟਾਂ ਨੂੰ ਹਲਕਾ ਨਾ ਮੰਨਿਓ ਵੀ ਗਾਹਾਂ ਆਪਾਂ ਦੇਖਣਾ ਐਮਰਜੈਂਸੀ ਕਿੰਨੇ ਵਾਰ ਲੱਗੀ ਹੈ, ਇਹ ਹੈ ਉਹ ਹੈ, ਕਿਤੇ ਲੋ ਫੈਕਟ ਪੜ੍ਹ ਕੇ ਜਾ ਵੜੋ। ਨੈਸ਼ਨਲ ਐਮਰਜੈਂਸੀ ਤਾਂ ਆਪਾਂ ਮਤਲਬ ਡੇਲੀ ਲਾਈਫ 'ਚ ਅਖਬਾਰਾਂ 'ਚ ਥਾਂ ਵਰਡ ਯੂਜ਼ ਕਰਦੇ ਹਾਂ। ਸੰਵਿਧਾਨ ਇਹਨੂੰ ਡੋਨੇਟ ਕਿਵੇਂ ਕਰਦਾ ਹੈ? ਪ੍ਰੋਕਲੇਮੇਸ਼ਨ ਆਫ ਐਮਰਜੈਂਸੀ। ਤੁਹਾਨੂੰ ਪਤਾ ਵਰਡ ਆਪਾਂ ਕਿੱਥੇ ਲਿਖਿਆ ਸੀ? ਆਰਟੀਕਲ ਨੰਬਰ 250 'ਚ ਲਿਖਿਆ ਹੋਇਆ, ਕਾਪੀ ਚੈੱਕ ਕਰੋ। ਪਾਵਰ ਆਫ ਪਾਰਲੀਮੈਂਟ ਟੂ ਲੈਜਿਸਲੇਟ with respect to any matter in the state list if there is proclamation of emergency। याद करो, proclamation of emergency मतलब national emergency। ਤੇ ਬੱਚੋ ਇਹ ਐਮਰਜੈਂਸੀ ਆਪਣੇ ਮੁਲਕ ਦੇ ਵਿੱਚ 3 ਗਰਾਊਂਡ ਦੇ ਆਧਾਰ ਤੇ ਲੱਗ ਸਕਦੀ ਹੈ।
तीन ग्राउंड्स है, तीन आप कह दीजिए पैरामीटर है जिस आधार से एमरजेंसी थोपी जा सकती है। एक तो लड़ाई झगड़ा वॉर, जिवें अपने जंगा बहुत होंदियां क्योंकि अपना गवांढ ही बड़ा गंदा है। एक हुंदा एक्सटर्नल एग्रैशन, आप कहते हैं जिवें पिंडां च कहंदे हाँ भी ऐं झाकदा होए भी अग्रैशन दिखाउणा मैनूं बुद्धा पालूं इत्थे मैं नाल दी नाल। अग्रैशन तुहानूं पता ही है जिवें कारगिल वॉर, इहनूं अग्रैशन दा नतीजा ही कह दिंदे आ कि पाकिस्तान वाले बैक तो करनों हटे नहीं, किते किते आके बह गए ते किहड़ी चोटी ते आके बह गए ते किहड़ी चोटी ते आके बह गए। ओह अग्रैशन दिखा रहे आपां नूं भी आपां नूं हुण मतलब अपना की ब्लड वधाई जांदे आ, पिछत्तर खा के मतलब की भज जांदे आ, आह चीज़ हुंदी है। एक हुंदा बच्चों आर्मड रिबेलियन। आर्मड रिबेलियन का मतलब काफ़ी सिंपल होंदा है, जिवें आपां कह दईए भी कोई भारत सरकार के खिलाफ भी आपां कह दईए भी कोई भारत सरकार के खिलाफ मान लो किसी ने हथियार चक लिया, आर्मड रिबेलियन। जिवें आपां अखबारां 'च पढ़दे हैं, जिवें आपां नक्सलवादियों बारे वर्ड यूज़ करदे हैं कि कल नूं कोई भी वड्डी मतलब स्थिति पैदा बेकाबू हो सकती है, एमरजेंसी थोपनी पै सकदी है आपां नूं आर्मड रिबेलियन के आधार ते। ये तीन ग्राउंड है, ये तिन्ने ग्राउंड बच्चों तुहानूं ऐसा सच पता होने चाहिए है भी किन्हां दे आधार ते अपने देश च नैशनल एमरजेंसी थोपी जा सकती है। तो आपां टिक लावांगे वॉर, एक्सटर्नल एग्रैशन ते आर्मड रिबेलियन। चलो आप डिस्कस करते हैं। सब तो वड्डी गल की है, जो अपना बच्चों संविधान लागू होया सी उदों इत्थे बड़ा ध्यान दो, जो अपना संविधान लागू होया सी ना उदों आर्मड रिबेलियन वर्ड नहीं सी अपने संविधान दे विच। इहदे थां ते पता की लिखिया होया सी, इहदे थां ते लिखिया होया सी इंटरनल डिस्टरबेंस, भी आपां इंटरनल डिस्टरबेंस के आधार ते नैशनल एमरजेंसी ला सकते हैं। सो ये तो अखर ही बड़ा वेग अखर है कि इंटरनल डिस्टरबेंस। हुण एडा वड्डा मुल्क है बई, तो छोटी छोटी बातें तो होती रहेंगी, डिस्टरबेंस तो हमारे देश में हमेशा ही रहेंगी। फिर तो सरकार इस वर्ड का मिसयूज कर सकती है, एमरजेंसी थोप दिया करूगी मौज नाल भी इंटरनल डिस्टरबेंस हुई पई है। फिर सरकार ने की कीता भाई, इसनूं वैसे अगे समझाऊंगा मैं, इहदा मिसयूज इंदिरा गांधी ने कीता सी क्योंकि उहदे खिलाफ फैसला आ गया इलाहाबाद हाई कोर्ट च। अगे आपां देखदे हैं तो इंटरनल डिस्टरबेंस जिहड़ा वर्ड आ बच्चों पहला सीगा, आ देखो ओरिजिनली the constitution mentioned internal disturbance as the third ground for the proclamation of emergency। यही पिछे आप पंजाबी समझ के हटे हैं। फिर इस वर्ड नूं बच्चों आप चेंज करता, ਇਹ ਥਾਂ ਤੇ ਆਪਾਂ ਕਿਹੜਾ वर्ड ऐड करता, आर्मड रिबेलियन। भी जो कोई सरकार के खिलाफ कोई हथियार चक ले, जिवें आपां नक्सलवादियों की एग्जांपल दिंदे हुंदे हैं, ये वर्ड बच्चा आपां सबस्टिट्यूट करता आर्मड रिबेलियन, लिखता इनू चकता किहड़ी अमेंडमेंट, 44वीं अमेंडमेंट 1978, 44th अमेंडमेंट 1978। ऑन कर लिया सी माइक, चलो मैं कल ना बोली जाता हूँ। 44वीं अमेंडमेंट 1978। चलो अगला कीमती पॉइंट फिर आप देखना है भी जदों सरकार एक बार नैशनल एमरजेंसी थोप दे तो वो जिहड़ा अप्रूवल हुंदा बच्चों वो अपने पार्लीमेंट ने पास करना हुंदा है 1 महीने के अंदर अंदर। आ टाइम पीरियड आप याद रखना है। आप 3 तरह की एमरजेंसी पढ़नी है, एंड ते आप रफ चार्ट बना लांगे, चिंता ना करियो, मैं पॉइंट बोल देना। नैशनल एमरजेंसी शुड बी अप्रूव्ड by both houses of parliament within 1 month from the date of its issue। भी पार्लियामेंट ने अप्रूव करना है 1 महीने के अंदर अंदर, 1 महीने है ना, 1 महीने के अंदर अंदर, ये गल आप याद रखनी है। समझे मेरी गल? फिर दिमाग सवाल आता है भी 1 महीने अंदर अप्रूव कितनी मेजोरिटी नाल करना है। नैशनल एमरजेंसी पढ़ी जाने आप बहुत ध्यान नाल सुनना है, ਜਿਹੜਾ ਕਹਿੰਦੇ ਮਤਾ ਆਪਾਂ ਲੈ ਕੇ ਆਵਾਂਗੇ ਇਹ ਨੈਸ਼ਨਲ ਐਮਰਜੈਂਸੀ ਜੇਕਰ ਥੋਪੀ ਹੈ ਇਹਨੂੰ ਅਪਰੂਵ ਕਰਨ ਵਾਸਤੇ resolution approving the proclamation of emergency must be passed by either, इतने ना एक ही पास करो, by either house of parliament by special majority, वो भी किन्नी, not less than 2/3 present and voting। समझे मेरी गल? ये चीज बच्चे आप याद रखनी है। सो ये स्लाइड मेरे अकॉर्डिंग पेपर के अकॉर्डिंग ज्यादा कीमती है। ਇਹ 'ਚ ਤਾਂ ਆਪਾਂ ਸਿੰਪਲ ਦੇਖੀ ਇਹਦੇ ਵੱਖਰੇ ਵੱਖਰੇ ਨਾਮ ਕੀ ਹੈ ਉਹ ਯਾਦ ਰੱਖਿਓ। ਇੰਟਰਨਲ ਗਰਾਊਂਡ ਪਹਿਲਾਂ ਹੁੰਦਾ ਸੀ, ਹੁਣ ਆਪਣਾ ਆਰਮਡ ਰਿਬੇਲੀਅਨ ਹੈ। ਹੁਣ ਮੇਰੇ ਹਿਸਾਬ ਨਾਲ ਕਨਫਿਊਜ਼ਨ ਕਿਉਂ ਹੋਣੀ ਚਾਹੀਦੀ ਨਹੀਂ, ਆਹ ਸਲਾਈਡ ਬੈਸਟ ਆ, ਬਾਰੇ ਬਾਰੇ ਆਖੀ ਜਾਂਦੇ ਵੀ ਨੈਸ਼ਨਲ ਐਮਰਜੈਂਸੀ ਜਦੋਂ ਆਪਾਂ ਨਾਲ ਲਾਗੂ ਕਰ ਦਈਏ ਤਾਂ ਪਾਰਲੀਮੈਂਟ ਨੇ 1 ਮਹੀਨੇ ਅੰਦਰ ਅਪਰੂਵ ਕਰਨੀ ਹੈ। ਉਹ ਅਪਰੂਵਲ ਵਾਸਤੇ ਕਿੰਨੀ ਮੈਜੋਰਟੀ ਚਾਹੀਦੀ ਹੈ? ਸਪੈਸ਼ਲ ਮੈਜੋਰਟੀ ਚਾਹੀਦੀ ਹੈ, not less than 2/3 ਪ੍ਰੈਜ਼ੈਂਟ ਐਂਡ ਵੋਟਿੰਗ। ਓਕੇ ਰਿਪੋਰਟ ਆ ਜਾਵਾਂ। ਚਲੋ ਫਿਰ ਜਦੋਂ ਕਹਿੰਦੇ ਹੁਣ ਆਪਾਂ ਪੜ੍ਹਨਾ ਹੈ ਨੈਸ਼ਨਲ ਐਮਰਜੈਂਸੀ ਦਾ, ਹੁਣ ਆਪਾਂ ਦੇਖਣਾ ਪ੍ਰਭਾਵ ਕੀ ਪੈਂਦਾ ਹੈ। ਪ੍ਰਭਾਵ ਮਤਲਬ ਇਫੈਕਟ ਕੀ ਪੈਂਦਾ ਹੈ ਵੀ ਜਦੋਂ ਆਪਣੇ ਦੇਸ਼ ਦੇ ਵਿੱਚ ਨੈਸ਼ਨਲ ਐਮਰਜੈਂਸੀ ਲੱਗੀ ਹੈ ਤਾਂ ਉਹਦਾ ਮਤਲਬ ਪ੍ਰਭਾਵ ਕੀ ਪਊਗਾ ਆਪਣਾ।
ਹੁਣ ਮੰਨ ਲਓ ਆਪਣੇ ਦੇਸ਼ ਨੈਸ਼ਨਲ ਐਮਰਜੈਂਸੀ ਲੱਗੀ ਹੋਈ ਹੈ, ਉਧਰ ਮੰਨ ਲਓ ਲੋਕ ਸਭਾ ਦੇ 5 ਸਾਲ ਪੂਰੇ ਹੋਣ ਵਾਲੇ ਹੈ। ਹੁਣ ਦੇਸ਼ ਵੋਟਾਂ ਪਵਾਵੇ ਕਿ ਜਿਹੜੀ ਐਮਰਜੈਂਸੀ ਲਾਈ ਹੈ ਉਹ ਹਾਲਾਤ ਪੈਦਾ ਹੋਏ ਹੈ ਉਹਦੇ ਨਾਲ ਦੋ ਦੋ ਹੱਥ ਕਰੇ, ਤਾਂ ਤੁਸੀਂ ਇਸ ਕੇਸ ਪੇਪਰ ਕੀ ਟਕਲਾਓਗੇ? ਇਹ ਗੋਲੀ ਮਾਰੋ ਵੋਟਾਂ ਨੂੰ, ਜੱਦੇ ਬਣੇ ਵੋਟਾਂ ਦੇ ਵੀ ਦੇਸ਼ 'ਚ ਤਾਂ ਐਮਰਜੈਂਸੀ ਲੱਗੀ ਪਈ ਹੈ, ਗਵਾਂਢ ਫਾਇਰਿੰਗ ਕਰੀ ਜਾਂਦਾ ਹੈ, ਜੰਗ ਲੱਗੀ ਪਈ ਹੈ, ਹਥਿਆਰਾਂ ਨਾਲ ਮਤਲਬ ਲੈਸ ਨਕਸਲਵਾਦੀ ਦੇਸ਼ 'ਚ ਹਮਲਾ ਕਰ ਰਹੇ ਹੈ। ਹੁਣ ਇੱਕ ਪਾਸੇ ਤਾਂ ਇੰਨਾ ਕੁਝ ਹੋ ਰਿਹਾ ਹੈ, ਤਾਂ ਵੋਟਾਂ ਕਿਹੜੇ ਮੂੰਹ ਨਾਲ ਪਾਉਂਦੇ ਆਪਾਂ ਚੰਗੇ ਲੱਗਾਂਗੇ? ਇਹ ਤਾਂ ਉਹੀ ਬਿਨਾਂ ਪੜ੍ਹੇ ਸੋਚ ਲਿਆ ਕਰੋ ਹੈ ਕੁਛ ਤਾਂ। ਆਹ ਦੇਖੋ ਕੀ ਲਿਖਿਆ, ਕਹਿੰਦੇ ਜਦੋਂ ਐਮਰਜੈਂਸੀ ਥੋਪੀ ਗਈ ਹੈ, ਪ੍ਰੋਕਲੇਮ, ਇੱਥੇ NE ਦਾ ਮਤਲਬ ਨਾਰਥ ਈਸਟ ਨਹੀਂ ਹੈਗਾ, NE ਦਾ ਮਤਲਬ ਨੈਸ਼ਨਲ ਐਮਰਜੈਂਸੀ ਹੈ। ਕਹਿੰਦੇ ਜਦੋਂ ਨੈਸ਼ਨਲ ਐਮਰਜੈਂਸੀ ਲੱਗੀ ਵੀ ਹੈ ਤਾਂ ਆਪਾਂ ਲੋਕ ਸਭਾ ਨੂੰ ਐਕਸਟੈਂਡ ਕਰ ਦਿੰਦੇ ਆ ਵੀ ਕੋਈ ਚੱਕਰ ਨਹੀਂ, ਸਾਲ ਬਾਅਦ ਚ ਪਵਾ ਲਾਂਗੇ ਜਿਹੜੀ ਕੋਈ ਚੱਕਰ ਵਾਲੀ ਗੱਲ ਨਹੀਂ। ਬਾਈ ਲਾਅ ਆਫ ਪਾਰਲੀਮੈਂਟ ਫॉर 1 ਈਅਰ ਐਟ ਅ ਟਾਈਮ। ਉਹ ਵੀ ਸੰਵਿਧਾਨ ਚੁੱਪ ਹੈ, ਐ ਨਹੀਂ ਪਤਾ ਜੇ ਐਮਰਜੈਂਸੀ 6 ਸਾਲ ਲੱਗੀ ਰਹੀ ਤਾਂ ਉਹ ਲੋਕ ਸਭਾ 6 ਸਾਲ ਹੋਰ ਚੱਲੀ ਜਾਊ, ਕਿਉਂਕਿ ਸੰਵਿਧਾਨ 'ਚ ਤਾਂ ਲਿਖਿਆ ਹੀ ਨਹੀਂ ਹੋਇਆ। ਇਹ ਸਟੇਟ ਐਮਰਜੈਂਸੀ ਦੇ ਕੇਸ 'ਚ ਆਪਾਂ ਇੱਕ ਇਫੈਕਟ ਪੜਾਂਗੇ, ਪ੍ਰਭਾਵ ਪੜਾਂਗੇ, ਉੱਥੇ ਲਿਖਿਆ ਹੋਇਆ ਹੈ। ਬਟ ਨੈਸ਼ਨਲ ਐਮਰਜੈਂਸੀ ਦੇ ਕੇਸ 'ਚ ਕੀ ਲਿਖਿਆ ਹੈ ਵੀ ਤੁਸੀਂ ਭਾਈ ਸਾਲ ਕਰਕੇ ਟਰਮ ਵਧਾ ਸਕਦੇ ਹੋ, ਬਟ ਲੋਕ ਸਭਾ ਦੀਆਂ ਫਿਰ ਵੋਟਾਂ ਵਿੱਚ ਵਿਚਾਲੇ ਪਵਾਉਣ ਦੀ ਲੋੜ ਨਹੀਂ। ਜੇ 5 ਸਾਲ ਪੂਰੇ ਹੁੰਦੇ ਹੈ ਹੋਈ ਜਾਣਦੇ ਯਾਰ, ਕੋਈ ਚੱਕਰ ਵਾਲੀ ਗੱਲ ਨਹੀਂ। ਸੋ ਇਹ ਪੁਆਇੰਟ ਬੱਚੋ ਬੜਾ ਕੀਮਤੀ ਹੈ। ਵਾਈਲ ਦ ਪ੍ਰੋਕਲੇਮ ਪੜ੍ਹ ਲਿਆ ਹੋਊਗਾ ਵੀ ਨਾਰਮਲ ਟਰਮ ਕਿੰਨੀ ਹੁੰਦੀ ਹੈ, 5 ਸਾਲ ਹੁੰਦੀ ਹੈ, ਤਾਂ ਉਧਰੋਂ ਆਪਾਂ ਨੇ ਪਾਰਲੀਮੈਂਟ ਇੱਕੋ ਸਮੇਂ ਤੇ 1 ਸਾਲ ਵਾਸਤੇ ਟਰਮ ਵਧਾ ਸਕਦੀ ਹੈ। ਮਤਲਬ ਇੱਥੇ ਐਨੀ ਲੈਂਥ ਆਫ ਟਾਈਮ ਪਤਾ ਕਿਉਂ ਲਿਖਿਆ ਵੀ ਜਿੰਨਾ ਚਿਰ ਐਮਰਜੈਂਸੀ ਚੱਲੀ ਜਾਂਦੀ ਹੈ ਚੱਲੀ ਜਾਣਦੇ, ਚੱਲੀ ਜਾਂਦੀ ਹੈ ਚੱਲੀ ਜਾਣਦੇ, ਬਸ ਆਹ ਤਾਂ ਚੀਜ਼ ਹੋਰ ਕਿੱਡੀ ਗੱਲ ਹੈ। ਫਿਰ ਸਭ ਤੋਂ ਵੱਡਾ ਸਵਾਲ ਹੁੰਦਾ ਦੂਜੇ ਇਫੈਕਟ ਦਾ, ਆਹ ਪ੍ਰਭਾਵ ਬੜਾ ਸਿਰਾ ਬੱਚੋ। ਹੁਣ ਦੇਸ਼ 'ਚ ਆਪਣੇ ਨੈਸ਼ਨਲ ਐਮਰਜੈਂਸੀ ਲੱਗੀ ਹੈ ਤਾਂ ਆਪਾਂ ਪੜ੍ਹਦੇ ਹੁੰਦੇ ਆ ਆਪਣੇ ਮੁਲਕ 'ਚ ਮੌਲਿਕ ਅਧਿਕਾਰ, ਫੰਡਾਮੈਂਟਲ ਰਾਈਟਸ, ਉਹਨਾਂ ਦਾ ਕੀ ਬਣੂਗਾ? ਇੱਥੋਂ ਸਵਾਲ ਬਣਨਾ ਹੈ। ਸੋ ਹੁਣ ਬਹੁਤ ਧਿਆਨ ਨਾਲ ਸੁਣਨਾ, ਜੇ ਪਿੱਛੇ 10-15 ਮਿੰਟ ਤੁਸੀਂ ਲਾਏ ਆ, 5-7 ਮਿੰਟ ਲਾਏ ਆ, ਉੱਥੇ ਧਿਆਨ ਆਸੇ ਪਾਸੇ ਹੋ ਵੀ ਗਿਆ ਸੀ, ਚੱਲ ਜੂ। ਹੁਣ ਵੀਰ ਬਣ ਕੇ ਅੱਖਾਂ ਕੱਢ ਲਓ ਵੀ ਨੈਸ਼ਨਲ ਐਮਰਜੈਂਸੀ ਦੇ ਕੇਸ ਦੇ ਵਿੱਚ ਆਪਣੇ ਫੰਡਾਮੈਂਟਲ ਰਾਈਟ ਤੇ ਕੀ ਪ੍ਰਭਾਵ ਪੈਂਦਾ ਹੈ। ਇਹਨਾਂ ਦੋ ਆਰਟੀਕਲਸ ਲਿਖਿਆ ਹੋਇਆ ਹੈ, ਆਰਟੀਕਲ ਨੰਬਰ 358, ਆਰਟੀਕਲ ਨੰਬਰ 359। ਹਾਂ ਕੀ ਡਿਸਕ੍ਰਾਈਬ ਕਰਦੇ, ਮੈਂ ਸਿੰਪਲ ਦੱਸ ਦਿੰਦਾ, ਡਿਸਕ੍ਰਾਈਬ the effect of national emergency on fundamental rights। ਕਿਉਂਕਿ ਬੱਚੋ ਤੁਹਾਨੂੰ ਪਤਾ ਹੈ ਵੀ ਆਪਾਂ ਨੈਸ਼ਨਲ ਐਮਰਜੈਂਸੀ ਨੂੰ ਵੀ ਆਪਾਂ ਫੰਡਾਮੈਂਟਲ ਰਾਈਟਸ ਨੂੰ ਵੀ ਸਸਪੈਂਡ ਕਰ ਸਕਦੇ ਹਾਂ ਇਨ ਕੇਸ ਆਫ ਐਮਰਜੈਂਸੀ। ਇਹ ਐਮਰਜੈਂਸੀਆਂ ਭੱਜ ਪੜੀ ਜਾਂਦੇ ਆ। ਆਰਟੀਕਲ ਨੰਬਰ 358 ਬੱਚੋ ਕੀ ਕਹਿੰਦਾ ਹੈ, ਆਰਟੀਕਲ ਨੰਬਰ 358 ਕੀ ਕਹਿੰਦਾ ਹੈ? ਆਰਟੀਕਲ ਨੰਬਰ 358 ਕੱਲੀ ਗੱਲ ਕਰਦਾ ਹੈ ਆਰਟੀਕਲ ਨੰਬਰ 19 ਦੀ। ਪਹਿਲਾਂ ਤਾਂ ਆਹ ਸੁਣ ਲਓ, ਪੇਪਰਾਂ 'ਚ ਇਹੀ ਫਰਕ ਆਪਾਂ ਕੈਚ ਕਰਨਾ ਹੋਊਗਾ। ਜਿਹੜਾ ਆਰਟੀਕਲ 359 ਹੈ ਇਹ ਬਾਕੀ ਸਾਰੇ ਫੰਡਾਮੈਂਟਲ ਰਾਈਟਸ ਦੀ ਗੱਲ ਕਰਦਾ ਹੈ। ਸਮਝੇ ਪਹਿਲਾਂ ਡਿਫਰੈਂਸ ਕੀ ਹੋਊਗਾ? 358 ਕੱਲਾ ਡੀਲ ਕਰਦਾ ਹੈ ਆਰਟੀਕਲ ਨੰਬਰ 19 ਨਾਲ, 359 ਕੱਲਾ ਡੀਲ ਕਰਦਾ ਹੈ ਬਾਕੀ ਸਾਰੇ ਫੰਡਾਮੈਂਟਲ ਰਾਈਟ ਨਾਲ। ਉਸ ਨੂੰ ਪਤਾ ਮੇਨ 19 ਆਜ਼ਾਦੀਆਂ ਵਾਲਾ, ਫਰੀडम ਆਫ ਸਪੀਚ, ਐਕਸਪ੍ਰੈਸ਼ਨ, ਫਰੀडम ਟੂ ਅਸੈਂਬਲ ਪੀਸਫੁਲੀ, ਫਰੀडम ਟੂ ਰਿਸਾਈਡ, ਸੈਟਲ ਇਨ ਐਨੀ ਪਾਰਟ ਆਫ ਇੰਡੀਆ, ਫਰੀडम ਟੂ ਮੂਵ ਫਰੀਲੀ, ਸਾਰਾ ਕੁਝ ਤਾਂ ਇਸੇ ਦੇ ਵਿੱਚ ਹੀ ਹੈ, ਤਾਂ ਇਹਦੇ ਵਾਸਤੇ ਅੱਡ ਹੈ। ਹੁਣ ਦੇਖੋ ਜਿਹੜਾ ਆਪਣਾ ਆਰਟੀਕਲ ਨੰਬਰ 358 ਹੈ, ਇਹ 'ਚ ਕੀ ਲਿਖਿਆ ਵੀ ਜਦੋਂ ਆਪਣੇ ਮੁਲਕ ਦੇ ਵਿੱਚ ਨੈਸ਼ਨਲ ਐਮਰਜੈਂਸੀ ਲੱਗ ਜੇ, ਆਰਟੀਕਲ ਨੰਬਰ 19 ਆਟੋਮੈਟਿਕਲੀ ਸਸਪੈਂਡ ਹੋ ਜਾਂਦਾ ਹੈ। ਮੈਂ ਕੀ ਕਿਹਾ, ਖਰਚ ਪੜਾਉਣਾ ਨਾਲ ਦੀ ਨਾਲ, ਐਂ ਤੁਸੀਂ ਕਿੱਥੇ ਗੋਲਦੇ ਹੋ? ਆ ਦੇਖੋ ਆਰਟੀਕਲ ਨੰਬਰ 358 ਕੀ ਕਹਿੰਦਾ, ਕਹਿੰਦੇ ਜਿਹੜੇ ਆਪਣੇ 6 ਫੰਡਾਮੈਂਟਲ ਰਾਈਟ ਹੈ, ਆਰਟੀਕਲ 19 ਦੇ ਵਿੱਚ ਆਹ ਵਰਡ ਕੈਚ ਕਰਨਾ ਹੈ, ਆਟੋਮੈਟਿਕਲੀ ਸਸਪੈਂਡਡ, ਵੀ ਇਹਦੇ ਵਾਸਤੇ ਪ੍ਰੈਜ਼ੀਡੈਂਟ ਨੂੰ ਕੋਈ ਸਪੈਸ਼ਲ ਸੈਪਰੇਟ ਆਰਡਰ ਪਾਸ ਕਰਨ ਦੀ ਲੋੜ ਨਹੀਂ। ਐਮਰਜੈਂਸੀ ਲੱਗ ਗਈ, ਇਹ ਸੈਲਫ ਅੰਡਰਸਟੂਡ ਹੈ ਵੀ 19 ਖਲਾਸ, ਆਰਟੀਕਲ 19 ਖਤਮ ਡਿਊਰਿੰਗ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ, ਤਾਂ ਕਿਹਾ ਹੈ ਆਟੋਮੈਟਿਕਲੀ। ਬਾਕੀ ਵੀ ਯਾਦ ਰੱਖਣਾ ਹੈ, ਪ੍ਰੋਕਲੇਮੇਸ਼ਨ ਆਫ ਐਮਰਜੈਂਸੀ, ਨੈਸ਼ਨਲ ਐਮਰਜੈਂਸੀ ਇਹ ਆਪਣੇ 3 ਤਰ੍ਹਾਂ ਦੀ ਹੈ, ਵਾਰ, ਐਕਸਟਰਨਲ ਐਗਰੈਸ਼ਨ ਦੇ ਕਾਰਨ ਲੱਗ ਸਕਦੀ ਹੈ, ਆਰਮਡ ਰਿਬੇਲੀਅਨ ਦੇ ਕੇਸ 'ਚ ਲੱਗ ਸਕਦੀ ਹੈ। ਤਾਂ ਇੱਥੇ ਯਾਦ ਰੱਖਣਾ ਓਨਲੀ ਵੈਨ ਐਮਰਜੈਂਸੀ ਇਜ਼ ਡਿਕਲੇਅਰਡ ਔਨ ਦ ਗਰਾਊਂਡ ਆਫ ਵਾਰ, ਜਿਹੜਾ ਪਹਿਲਾ ਗਰਾਊਂਡ ਸੀਗਾ ਐਕਸਟਰਨਲ ਐਗਰੈਸ਼ਨ, ਜਦੋਂ ਇਹਨਾਂ ਦੋਨਾਂ ਦੇ ਆਧਾਰ ਤੇ ਨੈਸ਼ਨਲ ਐਮਰਜੈਂਸੀ ਲੱਗਦੀ ਹੈ, ਇਧਰ ਹੀ ਲਿਖਿਆ ਪਿਆ ਵਾਰ,
ਇਹਨਾਂ ਦੋਨਾਂ ਦੇ ਆਧਾਰ ਤੇ ਨੈਸ਼ਨਲ ਐਮਰਜੈਂਸੀ ਲੱਗਦੀ ਹੈ, ਉਦੋਂ ਆਟੋਮੈਟਿਕਲੀ ਸਸਪੈਂਡ ਕਰ ਦੋ, ਨਾਟ ਔਨ ਦਾ ਗਰਾਊਂਡ ਆਫ ਆਰਮਡ ਰਿਬੇਲੀਅਨ। ਜਦੋਂ ਤੀਜੀ ਟਾਈਪ ਦੀ ਨੈਸ਼ਨਲ ਐਮਰਜੈਂਸੀ ਲੱਗੀ ਹੈ ਉਦੋਂ ਨਾ ਆਟੋਮੈਟਿਕਲੀ ਸਸਪੈਂਡ ਕਰੋ, ਤਾਂ ਰਾਸ਼ਟਰਪਤੀ ਦੇਖ ਲੂ ਵੀ ਕਰ ਗਿਆ ਕਿ ਨਾ, ਕਿਉਂਕਿ ਇਹ ਤਾਂ ਜ਼ਿਆਦਾਤਰ ਐਂ ਕਹਿੰਦੇ ਆ ਵੀ ਇਹ ਤਾਂ ਆਪਦੇ ਲੋਕਾਂ ਦੀ ਬਗਾਵਤ ਹੀ ਹੁੰਦੀ ਹੈ, ਵੀ ਇਹਦਾ ਪਾਪਸ ਦੇਖੋ ਕੀ ਕਰਨਾ, ਬਾਕੀ ਲੋਕਾਂ ਨੂੰ ਕਿਉਂ ਤੰਗ ਕਰਨਾ। ਇਹ 'ਚ ਤਾਂ ਹੁਣ ਸਰਕਾਰ ਨੂੰ ਸਪੋਰਟ ਹੈ, ਕਿਉਂਕਿ ਇਹਨਾਂ 'ਚ ਆਪਣਾ ਗਵਾਂਢੀਆਂ ਨਾਲ ਰੌਲਾ ਹੁੰਦਾ ਆਮ ਤੌਰ ਤੇ, ਇੱਥੇ ਰੌਲਾ ਆਪਣਾ ਆਪ ਦੇ ਨਾਲ ਹੁੰਦਾ। ਇਹ ਆਪਾਂ ਨੂੰ ਮਤਲਬ ਆਪਦੀ ਭਾਸ਼ਾ ਸਮਝ ਸਕਦੇ ਆ ਇਸ ਤਰੀਕੇ ਨਾਲ, ਸਮਝੇ ਮੇਰੀ ਗੱਲ। ਸੋ ਓਵਰਆਲ ਇਹ ਆਰਟੀਕਲ ਨੰਬਰ 358 ਹੈ। ਫਿਰ ਆਰਟੀਕਲ ਨੰਬਰ 359 ਹੈ। ਆਰਟੀਕਲ ਨੰਬਰ 359 ਚ ਕੀ ਲਿਖਿਆ ਹੈ, ਕਹਿੰਦੇ ਅਥੋਰਾਈਜ਼ ਦਾ ਪ੍ਰੈਜ਼ੀਡੈਂਟ ਟੂ ਸਸਪੈਂਡ ਦਾ ਰਾਈਟ ਟੂ ਮੂਵ। ਆ ਛੱਡੋ ਪਰਾਂ ਯਾਰ, ਜੇ ਤੁਸੀਂ ਆਹ ਡੈਫੀਨੇਸ਼ਨਾਂ ਪੜ੍ਹਨ ਬਹਿ ਗਏ ਫਿਰ ਤਾਂ ਪੋਲਿਟੀ ਪੜ੍ਹੀ ਖੜੀ ਸੀ ਆਪਾਂ, ਉਹੀ ਮਾਰੀ ਜਾਂਦੇ। ਤੇ ਮੇਰੇ ਕੋਲ ਧਿਆਨ ਦਿਓ, ਆਰਟੀਕਲ ਨੰਬਰ 358 ਚ ਕੀ ਲਿਖਿਆ ਹੈ ਵੀ ਜਦੋਂ ਨੈਸ਼ਨਲ ਐਮਰਜੈਂਸੀ ਲੱਗ ਗਈ, ਫੰਡਾਮੈਂਟਲ ਰਾਈਟ ਆਰਟੀਕਲ 19 ਦੇ ਆਟੋਮੈਟਿਕਲੀ ਸਸਪੈਂਡ ਹੈ। ਜਿਹੜੇ ਫਿਰ ਬਾਕੀ ਫੰਡਾਮੈਂਟਲ ਰਾਈਟ ਹੈ 12 ਤੋਂ ਲੈ ਕੇ 35, ਕਹਿੰਦੇ ਰਾਸ਼ਟਰਪਤੀ ਉਹਨਾਂ ਨੂੰ ਵੀ ਸਸਪੈਂਡ ਕਰ ਸਕਦਾ ਹੈ, ਪਰ ਇਹਦੇ ਲਈ ਸੈਪਰੇਟ ਆਰਡਰ ਲਿਆਉਣਾ ਪੈਂਦਾ ਹੈ। ਬਟ ਕਿਹੋ ਜੀ ਮਰਜ਼ੀ ਐਮਰਜੈਂਸੀ ਲੱਗੀ ਹੈ, ਆਰਟੀਕਲ ਨੰਬਰ 20 ਤੇ ਆਰਟੀਕਲ ਨੰਬਰ 21 ਇਹ ਕਦੇ ਨਹੀਂ ਸਸਪੈਂਡ ਕਰ ਸਕਦਾ ਰਾਸ਼ਟਰਪਤੀ, ਬੇਸ਼ੱਕ ਦੀ ਕਿਹੋ ਜੀ ਮਰਜ਼ੀ ਐਮਰਜੈਂਸੀ ਲੱਗੀ ਹੈ। ਹੁਣ ਆਹ ਦੇਖ ਲਓ, ਥੋੜੇ ਫਿੱਟ ਆਉਂਦੀ ਹੈ ਤਾਂ ਲੈਣ, ਇਹਦਾ ਮਤਲਬ ਤੁਹਾਨੂੰ ਪਤਾ ਹੀ ਸੀ ਕਿ 12 ਤੋਂ 35 ਵਿਚਕਾਰ ਕਿਸੇ ਵੀ ਫੰਡਾਮੈਂਟਲ ਰਾਈਟ ਦੀ ਉਲੰਘਣਾ ਹੁੰਦੀ ਹੈ, ਆਪਾਂ ਕਿੱਥੇ ਜਾ ਵੜਦੇ ਸੀ, ਸੁਪਰੀਮ ਕੋਰਟ। ਹੁਣ ਦੇਸ਼ ਨੈਸ਼ਨਲ ਐਮਰਜੈਂਸੀ ਲੱਗੀ ਵੀ ਹੈ ਤਾਂ ਇਹ ਆਟੋਮੈਟਿਕਲੀ ਮਤਲਬ ਖਤਮ ਹੋਈ ਜਾਂਦੇ ਆਪਣੇ, ਤਾਂ ਆਪਾਂ ਕੋਰਟਾਂ 'ਚ ਥੋੜੀ ਜਾ ਵੜਾਂਗੇ ਵੀ ਮੇਰੇ ਮੌਲਿਕ ਅਧਿਕਾਰ ਦੀ ਉਲੰਘਣਾ ਹੋ ਗਈ, ਜੱਜ ਉੱਥੇ ਮੁੱਦਾ ਹੀ ਪਾਲੂਗਾ ਵੀ ਜੱਦਾ ਬਣਿਆ ਵੀ ਦੇਸ਼ ਦਾ ਕੀ ਹਾਲ ਹੋਈ ਜਾਂਦੇ ਆ ਵੀ ਹੁਣ ਤਾਂ ਇਹ ਕੰਮ ਸਸਪੈਂਡ ਕੀਤਾ ਗਿਆ। ਇਹ ਕਹਿੰਦੇ ਅਥੋਰਾਈਜ਼ ਕਰਦਾ ਰਾਸ਼ਟਰਪਤੀ ਨੂੰ ਟੂ ਸਸਪੈਂਡ ਦਾ ਰਾਈਟ ਟੂ ਮੂਵ ਐਨੀ ਕੋਰਟ, ਵੀ ਹੁਣ ਤੁਸੀਂ ਕਿਸੇ ਅਦਾਲਤ ਨਹੀਂ ਜਾ ਸਕਦੇ ਵੀ ਮੇਰੇ ਮੌਲਿਕ ਅਧਿਕਾਰ ਲਾਗੂ ਕਰਾਓ, ਲੱਗੀ ਨੈਸ਼ਨਲ ਐਮਰਜੈਂਸੀ ਹੈ ਫॉर ਅਦਰ ਆਰਟੀਕਲਸ। ਪਰ ਆ ਯਾਦ ਰੱਖਣਾ ਬੱਚਿਓ, the president cannot suspend ਆਰਟੀਕਲ 20 ਤੇ ਆਰਟੀਕਲ 21। ਇਹ ਨਾ ਵੀਰ ਬਣ ਕੇ ਭੁੱਲਿਓ, ਮਿਹਨਤਾਂ ਵਾਲੀ ਗੱਲ ਹੈ, ਇਹ ਮੇਨ ਚੀਜ਼ ਹੈ ਜਿਹੜੀ ਤੁਸੀਂ ਯਾਦ ਰੱਖਣੀ ਹੈ, ਸਮਝ ਗਏ। ਚਲੋ ਫਿਰ, ਹਾਂ ਫਿਰ ਦਿਮਾਗ ਦੇ ਵਿੱਚ ਘੰਟੀ ਸਾਰੇ ਬੱਚਿਆਂ ਦੇ ਵੱਜੀ ਜਾਂਦੀ ਹੋਊਗੀ, ਸਰ ਸਾਨੂੰ ਤਾਂ ਐਂ ਦੱਸ ਦਿਓ ਵੀ ਐਮਰਜੈਂਸੀ ਆਪਣੇ ਮੁਲਕ ਦੇ ਵਿੱਚ, ਇਹ ਮਤਲਬ ਨੈਸ਼ਨਲ ਐਮਰਜੈਂਸੀ ਆਰਟੀਕਲ ਨੰਬਰ 352 ਆਪਣੇ ਮੁਲਕ 'ਚ ਕਿੰਨੇ ਵਾਰ ਲੱਗ ਗਈ, 3 ਵਾਰੀ। ਤੀਜਾ ਰਲਿਆ ਕੰਮ ਗਲਿਆ 3 ਟਾਈਮਸ 1962। ਇਹ ਤੁਹਾਨੂੰ ਪਤਾ ਹੀ ਹੈ ਬੱਚੋ, ਇੱਥੇ ਆਪਣੀ ਲੜਾਈ ਹੋ ਗਈ ਸੀ ਚਾਈਨਾ ਦੇ ਨਾਲ, ਚਾਈਨੀਜ਼ ਐਗਰੈਸ਼ਨ, ਠੀਕ ਹੈ ਨਾ। ਤੇ ਕੁੱਲ ਮਿਲਾ ਕੇ ਇਹ ਐਮਰਜੈਂਸੀ 6 ਸਾਲ ਲੱਗੀ ਰਹੀ, ਕਮਾਲ ਤਾਂ ਹੋ ਗਈ। ਇਹ ਐਮਰਜੈਂਸੀ 6 ਸਾਲ ਲੱਗੀ ਰਹੀ ਬੱਚੋ, 1968। ਤੁਹਾਨੂੰ ਪਤਾ ਹੀ ਹੈ ਗਵਾਂਢ ਮੈਂ ਬੜੀ ਗੱਲ ਗਵਾਂਢ ਤੇ ਆ ਜਾਂਦੀ ਹੈ, ਹਲੇ ਇਹਨਾਂ ਨਾਲ ਤਾਂ ਆਪਾਂ ਨਿਬੜ ਕੇ ਹਟੇ ਸੀ, ਉਧਰ ਵਿੱਚ 1965 ਚ ਆਪਣੀ ਲੜਾਈ ਕਿਹਦੇ ਨਾਲ ਹੋ ਗਈ, ਪਾਕਿਸਤਾਨ ਨਾਲ ਹੋ ਗਈ, ਤਾਂ ਐਮਰਜੈਂਸੀ 6 ਸਾਲ ਚੱਲੇਗੀ ਬੱਚੋ। 71 ਚ ਆਪਣੀ ਜੰਗ ਫਿਰ ਪਾਕਿਸਤਾਨ ਨਾਲ ਹੋ ਗਈ। ਤੁਸੀਂ ਕਮਾਲ ਮੰਨੋਗੇ, ਆ ਵੀ ਨਾ ਪੁਆਇੰਟ ਸਿੱਖਣ ਨੂੰ ਮਿਲ ਜੂ ਇੱਥੋਂ ਆਪਾਂ ਨੂੰ। ਬਾਕੀ ਆਪਾਂ ਨਾਲ ਕੁਐਸਚਨ ਪ੍ਰੈਕਟਿਸ ਤਾਂ ਕਰਾਂਗੇ, ਉਹ ਤੇ ਹੋਰ ਗੱਲਾਂ, ਉਹ ਤੇ ਹੋਰ ਨਵੇਂ ਸੱਪ ਕੱਢਾਂਗੇ। ਜਿਵੇਂ 71 ਦੀ ਹਲੇ ਐਮਰਜੈਂਸੀ ਲੱਗੀ ਪਈ ਸੀ, ਇੱਕ ਲੱਗੀ ਪਈ ਸੀ, ਅਗਲੀ ਵਿੱਚੀ ਥੋਪਤੀ, ਚੱਕ ਲਓ 1975 ਵਾਲੀ ਵਿੱਚੀ ਥੋਪਤੀ। ਇਹ ਯਾਦ ਰੱਖਣਾ ਆਪਾਂ ਵੀ ਦਿਸ ਐਮਰਜੈਂਸੀ ਵਾਸ ਪ੍ਰੋਕਲੇਮਡ, ਖੜ ਜਾਓ, ਦਿਸ ਐਮਰਜੈਂਸੀ was proclaimed, this emergency was proclaimed while second emergency was in operation। ਇਹ ਕੀ, ਹਲੇ ਦੂਜੀ ਤਾਂ ਚੱਲੀ ਜਾਂਦੀ ਸੀ, ਤੀਜੀ ਵਿੱਚ ਪਹਿਲੀ ਥੋਪਤੀ, ਕਿਉਂਕਿ ਤੀਜੀ ਦੇ ਵਿੱਚ ਨਾ ਕੋਈ ਲੜਾਈ ਕੁਛ ਨਹੀਂ ਇਹਦੇ ਪਾਕਿਸਤਾਨ ਨਾਲ। ਇੱਥੇ ਇਹ ਐਮਰਜੈਂਸੀ ਬੱਚੋ ਇੰਦਰਾ ਗਾਂਧੀ ਨੇ ਇੰਟਰਨਲ ਡਿਸਟਰਬੈਂਸ ਦੇ ਆਧਾਰ ਤੇ ਲਾਤੀ, ਇੰਟਰਨਲ ਡਿਸਟਰਬੈਂਸ ਦੇ ਆਧਾਰ ਤੇ ਲਾਤੀ। ਇਹ ਗੱਲ ਬੱਚਾ ਆਪਾਂ ਯਾਦ ਰੱਖਣੀ ਹੈ। ਗਾਂਧੀ ਦੇ ਖਿਲਾਫ ਇਲਾਹਾਬਾਦ ਹਾਈ ਕੋਰਟ ਚ ਡਿਸੀਜਨ ਆ ਗਿਆ। ਇਲਾਹਾਬਾਦ ਹਾਈ ਕੋਰਟ ਡਿਸੀਜਨ ਇਹ ਲਿਆਂਦਾ ਕਿਹਨੇ ਸੀ, ਜਿਹਦੇ ਖਿਲਾਫ ਇੰਦਰਾ ਗਾਂਧੀ ਚੋਣਾਂ ਜਿੱਤੀ ਸੀ, ਰਾਜ ਨਰੈਣ। ਰਾਜ ਨਰੈਣ ਨੇ ਕੇਸ ਠੋਕਦਾ ਵੀ ਭਾਈ ਇਹਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ, ਧੱਕੇ
इंदिरा गांधी प्रधानमंत्री है, सीट सस्पेंड की जाऊगी, प्रधानमंत्री को उतरना पऊगा, 100 कुछ पिट स्यापा हो गया। उधरों अंदोलन अपने देश च जय प्रकाश नारायण कहते काफ़ी चली जाते सी, इन्हें एमरजेंसी थोपती। तो ये इहो जी एमरजेंसी है जिहड़ी कली इंदिरा गांधी नहीं पता सी भी मैं एमरजेंसी ला रही है। कोई कैबिनेट मीटिंग नहीं, कोई डिसीजन नहीं, ईवन डिफेंस मिनिस्टर, फॉरेन मिनिस्टर, बड़े बड़े मंत्रियों भी अगले दिन अखबार से पता लगे, रियलिटी है। ईवन राष्ट्रपति नूं भी मतलब कोले सद के कहता कहंदी साइन कर दे इत्थे, वो कहंदा काहदे है, कहंदी एमरजेंसी लाउणी है, वो भी बौंदल गया भी आ की होई जांदा। इहो जिहा तां ही तां फिर ये वर्ड आपां चकता ਜਦੋਂ इंदिरा गांधी 77 ਦੇ 1977 ਦੇ ਵਿੱਚ ਹਾਰ ਗਈ, ਫਿਰ ਇਹ ਵਰਡ ਬੱਚੋ ਆਪਾਂ 44ਵੀਂ ਅਮੈਂਡਮੈਂਟ 1978 ਦੇ ਵਿੱਚ ਜਕਤਾ। ਸਮਝ ਗਏ? ਸੋ ਇਹ ਚੀਜ਼ ਬੱਚੋ ਆਪਾਂ ਯਾਦ ਰੱਖਣੀ ਹੈ। ਆ 6 ਸਾਲ ਲੱਗੀ ਰਹੀ ਹੈ, ਆਹ ਤਾਂ ਹਲੇ ਲੱਗੀ ਪਈ ਸੀ, ਵਿੱਚ ਹੀ ਆਹ ਲਾਤੀ ਤੇ 77 ਤੱਕ ਲੱਗੀ ਰਹੀ ਹੈ। ਸੋ ਦੂਜੀ ਤੀਜੀ 77 ਤੱਕ ਲੱਗੀ ਰਹੀ ਹੈ, 1977 ਤੱਕ ਲੱਗੀ ਰਹੀ ਹੈ। ਫਿਰ 1977 ਚ ਵੋਟਾਂ ਪੈਣਗੀਆਂ, ਉਦੋਂ ਬਸ ਕਾਂਗਰਸ ਪਾਰਟੀ ਆਪਣੇ ਮੁਲਕ ਚ ਪਹਿਲੀ ਵਾਰ हार गई। तो बहुत ही इंपॉर्टेंट चीज है। आर्टिकल 352, आर्टिकल 358, आर्टिकल 359। तो वधिया आप टाइम लैके बच्चे आप डिस्कस किए है। ये वधिया टाइम लैके क्यों कर रहे हैं? क्योंकि ये फंडे ये कंसैप्ट आराम ना करने वाली है। देखो है नहीं भी एक क्लास फाहा वढ़ने वाले है भी हुण रिकॉर्डिंग करने मेरा की है ये पार्ट 17 18 19 इकट्ठे करके पढ़ा मारा मैं ਆਪਾਂ फाहा वढ़ना ਹੁੰਦਾ ਤਾਂ पॉलिटी मैं जमा सही 2 ਦਿਨਾਂ ਚ ਫਿਨਿਸ਼ ਕਰਵਾ ਸਕਦੇ, ਬਟ ਉਹ ਚੀਜ਼ ਆਪਾਂ ਨਹੀਂ ਕਰ ਰਹੇ। आराम ना देखो, शौक ना देखो, ये चीज अपना सारी उम्र काम होनी है, फंडे सारी उम्र काम होने हैं। हुण आ गया अपनी बच्चों आर्टिकल नंबर 356 अपनी आ देखो आर्टिकल नंबर 352 के बच्चों की है नैशनल एमरजेंसी। मैं तुहानूं कहा सी चौके मारने हैं। आर्टिकल 356 च की है स्टेट एमरजेंसी। हुण आपां इहनूं कहने स्टेट एमरजेंसी, आपां इहनूं कहने आ वर्ड, बट संविधान च की लिखिआ है फेलियर ऑफ कॉन्स्टिट्यूशनल मशीनरी। ये सोचा आप भी एडा टिपिकल क्वेश्चन बनूगा तो बिना पढ़े बंदा सही टक किवें ला दूगा? सुपने आंदा किसी नूं भी संविधान च लिखिआ है फेलियर ऑफ कॉन्स्टिट्यूशनल मशीनरी इन अ स्टेट, जिन्होंने आप पॉपुलरली की कह दिंदे आ। देखो पॉपुलरली है तो आप कहने राष्ट्रपति शासन लग गया होए, प्रेसिडेंट रूल, आप कहने स्टेट एमरजेंसी लग गई होए, जां कह दिंदे आ कॉन्स्टिट्यूशनल एमरजेंसी। बस इत्थों सवाल बनने। नैशनल एमरजेंसी ਨੂੰ ਆਪਾਂ ਕੀ ਕਿਹਾ ਸੀ ਬੱਚੋ? ਪ੍ਰੋਕਲੇਮੇਸ਼ਨ ਆਫ ਐਮਰਜੈਂਸੀ। ਇੱਥੇ ਆਪਾਂ ਕੀ ਕਹਿੰਦੇ ਆ? ਸਟੇਟ ਐਮਰਜੈਂਸੀ, ਪ੍ਰੈਜ਼ੀਡੈਂਟ ਰੂਲ, ਕਨਸਟੀਟਿਊਸ਼ਨਲ ਐਮਰਜੈਂਸੀ। ਬਟ ਸੰਵਿਧਾਨ 'ਚ ਕੀ ਲਿਖਿਆ ਵੀ ਆਪਾਂ ਕਹਿ ਦਈਏ ਵੀ ਸਟੇਟ ਦੇ ਵਿੱਚ ਜਿਹੜਾ ਢਾਂਚਾ ਸਿਸਟਮ ਹੈ ਉਹ ਚਰਮਰਾ ਗਿਆ ਵੀ ਸੂਬਾ ਤੋਂ ਹੁਣ ਕੰਮ ਲੋਟ ਨਹੀਂ ਆ ਰਿਹਾ ਤਾਂ ਸੈਂਟਰ ਉੱਥੇ ਐਮਰਜੈਂਸੀ ਥੋਪ ਦਿੰਦੀ ਹੈ। ਇਹ ਇੰਦਰਾ ਗਾਂਧੀ, ਮਰਾਰਜੀ ਦੇਸਾਈ ਨੇ ਦੋਨਾਂ ਨੇ ਦੱਬ ਕੇ ਗੰਦ ਪਾਇਆ ਹੋਇਆ। ਜਦੋਂ ਸੈਂਟਰ ਸਰਕਾਰ ਪਲਟਦੀ ਸੀ ਨਾ ਤਾਂ ਸਟੇਟਾਂ ਜਿੱਥੇ ਜਿੱਥੇ ਜਿਵੇਂ ਫੋਰ ਐਗਜ਼ਾਮਪਲ ਕਾਂਗਰਸ ਦਾ ਰਾਜ ਆ ਗਿਆ, ਜਿਹੜੀਆਂ ਸਟੇਟਾਂ 'ਚ ਬੀਜੇਪੀ ਸਰਕਾਰ ਹੁੰਦੀ ਸੀ ਉੱਥੇ ਰਾਸ਼ਟਰਪਤੀ ਸ਼ਾਸਨ ਲਾ ਦਿੰਦੇ ਸੀ। ਐਂ ਗੰਦ ਪਾਇਆ ਇਸ ਐਮਰਜੈਂਸੀ ਨੇ। ਜਦੋਂ ਮਹਾਰਾਜ ਦੀ ਸਰਕਾਰ ਆ ਗਈ, ਜਨਤਾ ਪਾਰਟੀ ਦੀ ਆ ਗਈ, ਉਹ ਜਿੱਥੇ ਜਿੱਥੇ ਕਾਂਗਰਸ ਦਾ ਰਾਜ ਸੀ ਉਹਨੇ ਚੱਕ ਸਾਰਾ ਸਰਕਾਰਾਂ ਉੱਥੇ ਡਿਸਮਿਸ ਕਰਤੀਆਂ, ਉੱਥੇ ਰਾਸ਼ਟਰਪਤੀ ਸ਼ਾਸਨ ਲਾ। ਕਿਉਂ? ਅੱਗੇ ਇਹਨਾਂ ਸਿਸਟਮ ਲੋਟ ਨਹੀਂ ਆ ਰਿਹਾ। ਕਹਿੰਦਾ ਲੋੜ ਹੀ ਆਇਆ ਪਿਆ ਵੀ ਹੋਰ ਕਿਵੇਂ ਲੋਟ ਆਊਗਾ, ਲੋਟ ਕਰੀ ਤਾਂ ਬੈਠੇ ਆ ਵੀ ਤੁਹਾਡਾ ਢਿੱਡ ਖਰਾਬ ਹੋਇਆ ਪਿਆ ਵੀ ਮਤਲਬ ਤੁਹਾਡੀ ਨੀਤ ਵਿਗੜੀ ਪਈ ਹੈ। ਐਂ ਸਿਆਸਤ ਹੈ, ਬਾਹਲਾ ਮਿਸਯੂਜ਼ ਹੋ ਗਿਆ। ਚਲੋ ਪਰ ਟਾਈਮ ਗਲਿਆ ਯਾਰ। ਆ ਦੇਖੋ ਕਹਿੰਦੇ ਅ ਪ੍ਰੋਕਲੇਮੇਸ਼ਨ ਆਫ ਇੰਪੋਜ਼ਿੰਗ ਪ੍ਰੈਜ਼ੀਡੈਂਟ ਰੂਲ, ਰਾਸ਼ਟਰਪਤੀ ਸ਼ਾਸਨ, ਸਟੇਟ ਐਮਰਜੈਂਸੀ ਮਸਟ ਬੀ ਅਪਰੂਵਡ ਬਾਈ ਬੋਥ। ਆ ਦੇਖੋ ਫਰਕ ਉੱਥੇ ਕੀ ਸੀ ਵੀ ਜਦੋਂ ਐਮਰਜੈਂਸੀ ਉਹ ਲੱਗ ਗਈ ਪਾਰਲੀਮੈਂਟ ਵੱਲੋਂ 1 ਮਹੀਨੇ ਦੇ ਅੰਦਰ ਅੰਦਰ ਅਪਰੂਵ ਕਰਨਾ ਜ਼ਰੂਰੀ ਹੈ। ਸਟੇਟ ਐਮਰਜੈਂਸੀ ਵਾਸਤੇ ਬੱਚੋ ਕੀ ਹੈ 2 ਮਹੀਨਿਆਂ ਅੰਦਰ ਅਪਰੂਵ ਕਰਨਾ ਜ਼ਰੂਰੀ ਹੈ। ਤੇ ਅਪਰੂਵ ਵਾਸਤੇ ਕੀ ਚਾਹੀਦਾ ਹੈ? ਸਿੰਪਲ ਮੈਜੋਰਿਟੀ। ਅਪਰੂਵਲ ਵਾਸਤੇ ਕੀ ਚਾਹੀਦਾ ਹੈ? ਆ ਕੀ ਹੋਏ ਆ ਦੇਖੋ ਰੈਜ਼ੋਲੂਸ਼ਨ approving the proclamation of president rule can be passed by either house of parliament। ਆ ਦੇਖੋ ਵੱਡੇ ਅੱਖਰਾਂ 'ਚ ਲਿਖਿਆ, ਵੱਡੇ ਅੱਖਰਾਂ 'ਚ ਸਿੰਪਲ ਮੈਜੋਰਿਟੀ। ਨੈਸ਼ਨਲ ਐਮਰਜੈਂਸੀ ਦੇ ਕੇਸ ਮੈਂ ਤੁਹਾਨੂੰ ਅੰਦਰ ਅਪਰੂਵ ਕਰਨੀ ਹੈ। ਸਟੇਟ ਐਮਰਜੈਂਸੀ ਨੂੰ ਕੀ ਕਿਹਾ ਹੈ? ਪਾਰਲੀਮੈਂਟ ਨੇ 2 ਮਹੀਨੇ ਅੰਦਰ ਅਪਰੂਵ ਕਰਨੀ ਹੈ। ਰੈਜ਼ੋਲੂਸ਼ਨ ਪਾਸ ਕਿਵੇਂ ਕਰਨਾ ਹੈ? 2/3 ਜਾਂ ਜਿਹਨੂੰ ਆਪਾਂ ਸਪੈਸ਼ਲ ਮੈਜੋਰਿਟੀ ਕਹਿ ਦਿੰਦੇ ਆ। इधर की चाहिए है सिंपल मेजोरिटी। बहुत बढ़िया बेटे दू ये शक्ल का बूम बूम वाली पेंसिल है शक हो गई। हाँ हुण आपां इत्थे पॉइंट दे अपना किहड़ा रह गया। आ देखो जदों कहंदे उत्थे मैं तुहानूं की कहा सी
एक्सटेंडेड फॉर एनी पीरियड ऑफ टाइम। इत्थे देखो कहते जो अप्रूव करती दोनों हाउसा ने तो राष्ट्रपति कहते शासन प्रेजिडेंट रूल कहते 6 महीनों लिए चलूगा। 6 महीनों लिए फॉर एग्जाम्पल अपने पंजाब च मान लो प्रेजिडेंट रूल लग गया किसी भी कारण करके XYZ आपां नूं नहीं पता 6 महीने जो किरण लग गया तो 6 महीनों वास्ते प्रेजिडेंट रूल रहूगा। फिर 6 महीनों बाद स्थिति देखणगे कि सैट है नहीं सैट फिर ला दो 6 महीनों वास्ते सैट है नहीं सैट फिर ला दो 6 महीनों वास्ते ऐ करते ये किन्ने चिर तक ला सकते हैं मैक्सीमम पीरियड ऑफ 3 ईयर्स। आ कुछ उलझना होंदियां स्टेट एमरजेंसी दे विच ते मेरे हिसाब नाल ये भी रहनी नहीं चाहिए बच्चों। हुण इफ अप्रूव्ड बाय बोथ हाउसेस प्रेजिडेंट रूल कंटिन्यूस फॉर 6 मंथ 6 महीने चलूगा उस तो बाद इन्हूं आपां एक्सटेंड कर सकते हैं 3 साल तक। बट ये भी लिखी है संविधान च एक बारी तो कहते स्थिति ठीक नहीं हो रही 5 साल तक रह गए 1987 तो लैके 1992 ये कारनामा दुख नाल कित्थे होया पंजाब च ही होए 5 साल लगी रही। फिर वो कहते कि गल हो गई बई संविधान की उलंघना कहते नहीं एक्सैप्शन केस है भी स्थिति सैट नहीं हुई स्थिति काबू च नहीं आ रही काम बेकाबू होया पिया कहते नहीं लगी रहन दो कोई गल नहीं। बट आप पेपर च पढ़ना संविधान च की लिखिया चलो खाली फिर आ गया। हाँ आ सिंपल मेजोरिटी है जदों कहते राष्ट्रपति शासन लग गया स्टेट दे विच इंपोज मतलब थोपती ਤਾਂ ਜਿਹੜੀ ਫਿਰ ਰਾਸ਼ਟਰਪਤੀ ਹੈ ਫਿਰ ਜਿਹੜੀ ਸਟੇਟ 'ਚ ਕਾਉਂਸਲ ਆਫ ਮਿਨਿਸਟਰ ਹੁੰਦੀ ਹੈ ਹੈਡਡ ਬਾਈ CM ਉਹਨੂੰ ਡਿਸਮਿਸ ਕਰ ਦਿੱਤਾ ਜਾਂਦਾ ਹੈ। ਸੋ ਇਹ ਇਫੈਕਟ ਆਪਾਂ ਯਾਦ ਰੱਖਣਾ ਹੈ ਇਹਨੂੰ ਆਪਾਂ ਇੱਕ ਇਫੈਕਟ ਕਹਿ ਸਕਦੇ ਹਾਂ ਵੀ ਸਟੇਟ ਐਮਰਜੈਂਸੀ ਨਾਲ ਕੀ ਇਫੈਕਟ ਪੈਂਦਾ ਜਿਵੇਂ ਉੱਥੇ ਆਪਾਂ ਇਫੈਕਟ ਪੜ੍ਹੇ ਸੀ ਦੋ ਵੀ ਫੰਡਾਮੈਂਟਲ ਰਾਈਟਸ ਤੇ ਕੀ ਇਫੈਕਟ ਪੈਂਦਾ ਇਧਰ ਆ ਇਫੈਕਟ ਪੈਂਦਾ ਵੀ ਜਿਹੜੀ ਕਾਉਂਸਲ ਆਫ ਮਿਨਿਸਟਰ ਹੈ ਸੂਬਾ ਸਰਕਾਰ ਦੀ ਜਿਹੜੀ ਹੈਡ ਕਰਦੀ ਹੈ ਚੀਫ ਮਿਨਿਸਟਰ ਡਿਸਮਿਸ ਕਰ ਦੋ। ਚਲੋ ਬਈ ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਵੀ ਸਟੇਟ ਐਮਰਜੈਂਸੀ ਆਪਣੇ ਦੇਸ਼ ਕਿੰਨੇ ਵਾਰੀ ਲੱਗ ਗਈ ਕਿਵੇਂ ਗਿਣ ਲਓਗੇ ਤੁਸੀਂ ਇਹਦਾ 100 ਕੀ ਇਹਦਾ 120 ਵਾਰ ਲੱਗ ਗਈ ਇਹ ਲੱਗਦੀ ਹੈ ਸਟੇਟਾਂ ਦੇ ਵਿੱਚ ਇਹ ਤਾਂ ਪਤਾ ਹੀ ਨਹੀਂ ਕਿੰਨੀਆਂ ਸਟੇਟਾਂ 'ਚ ਕਿੰਨੇ ਕਿੰਨੇ ਵਾਰ ਲੱਗ ਗਈ ਲਗਭਗ 120 ਵਾਰ ਲੱਗ ਗਈ ਬੱਚੋ। ਬਟ ਹਾਂ ਫੈਕਟ ਬਣ ਸਕਦੇ ਆ ਜਿਸ ਨੂੰ ਘੈਂਟ ਫੈਕਟ ਲਿਖਾਉਣੇ ਆ ਇਸ ਨੂੰ ਦੋ ਚਾਰ ਦੱਸ ਦਿੰਦੇ ਵੀ ਜੇ ਮੰਨ ਲਓ ਪੇਪਰ ਸਵਾਲ ਆ ਗਿਆ ਵੀ ਆਪਣੇ ਮੁਲਕ ਦੇ ਵਿੱਚ ਸਟੇਟ ਐਮਰਜੈਂਸੀ ਪਹਿਲੀ ਵਾਰ ਕਿੱਥੇ ਲੱਗੀ ਹੈ ਤਾਂ ਆਪਾਂ ਟਿਕ ਲਾਵਾਂਗੇ ਪੰਜਾਬ अपने मुल्क च पहली बार चाहे लिखी लो फॉर द फर्स्ट टाइम स्टेट एमरजेंसी was imposed in पंजाब। पहली बार अपने मुल्क दे विच ये एमरजेंसी पंजाब च लगी है कदों लगी है 20/6/1951 20/6/1951 ਤੇ ਜੇ ਮੰਨ ਲਓ ਪੇਪਰ ਸਵਾਲ ਆ ਗਿਆ ਵੀ ਸਭ ਤੋਂ ਵੱਧ ਵਾਰ ਇਹ ਐਮਰਜੈਂਸੀ ਆਪਣੇ ਦੇਸ਼ ਕਿੱਥੇ ਲੱਗੀ ਹੈ ਦੇਖ ਪੰਜਾਬ ਬੱਚੇ ਪੰਜਾਬ ਦੇ ਬਸ ਪੰਜਾਬ ਨੂੰ ਬਦਨਾਮ ਕਰੀ ਚੱਲੋ ਪੰਜਾਬ 'ਚ ਨਹੀਂ ਲੱਗੀ ਸਭ ਤੋਂ ਵੱਧ ਵਾਰ ਇਹ ਐਮਰਜੈਂਸੀ ਲੱਗੀ ਹੈ ਯੂਪੀ ਦੇ ਵਿੱਚ ਮੈਕਸਿਮਮ ਨੰਬਰ ਆਫ ਟਾਈਮਸ maximum number of times this emergency maximum number of times this emergency is imposed in UP 10 times। यूपी च एमरजेंसी ਵਿੱਚੋਂ 10 ਵਾਰ ਲੱਗ ਚੁੱਕੀ ਹੈ ਬਿਹਾਰ ਚ 9 ਵਾਰ ਲੱਗੀ ਹੈ ਪੰਜਾਬ ਕੇਰਲਾ ਮਣੀਪੁਰ ਉੜੀਸਾ 8-8 ਵਾਰ ਲੱਗੀ ਹੈ ਸਭ ਤੋਂ ਵੱਧ ਸਮੇਂ ਵਾਸਤੇ ਕਿੱਥੇ ਲੱਗੀ ਰਹੀ ਪੰਜਾਬ ਚ ਲੱਗੀ ਰਹੀ ਇਹ ਰਿਕਾਰਡ ਵੀ ਆਪਣੇ ਮੈਕਸਿਮਮ ਵਾਲਾ 87 ਤੋਂ ਲੈ ਕੇ 92 ਵਾਲਾ ਓਵਰਆਲ ਸੱਚ ਹਾਂ ਤੁਹਾਡੇ ਹਿਸਾਬ ਨਾਲ ਇਹ ਐਮਰਜੈਂਸੀ ਆਪਣੇ ਦੇਸ਼ ਦੀ ਹਰ ਇੱਕ ਸਟੇਟ ਚ ਲੱਗ ਗਈ ਕਿ ਹੈਗਾ ਕੋਈ ਬਚਾ हैगा लाओ दिमाग नहीं लाया कमलियो बंदियो दो थावां ते हले तक एमरजेंसी नहीं लगी एक तो छत्तीसगढ़ ते एक अपना तेलंगाना लिख के रख लो इट हैज never been imposed
in Chhattisgarh and तेलंगाना। छत्तीसगढ़ ते तेलंगाना दे विच ये एमरजेंसी बच्चों एक बार भी नहीं लगी। ये चीज आपां याद रखना है। आर्टिकल नंबर 352 नेशनल एमरजेंसी, आर्टिकल नंबर 356 स्टेट एमरजेंसी। आगे चलें, चलो आगे चलते हैं। अगला कीमती पॉइंट आर्टिकल नंबर 360 फाइनेंशियल एमरजेंसी। फाइनेंशियल एमरजेंसी वित्तीय, वैसे ये एमरजेंसी लगना तो बड़ा मंदभागा हुंदा है। ਇਹਦਾ ਮਤਲਬ ਮੁਲਕ ਦਾ ਦਿਵਾਲਾ ਨਿਕਲ ਗਿਆ, ਸਰਕਾਰ ਕੋਲੇ ਤਨਖਾਹਾਂ ਦੇਣ ਤੱਕ ਪੈਸਾ ਨਹੀਂ, ਸਰਕਾਰ ਮਤਲਬ ਹਿੱਲ ਗਈ, ਮੁਲਕ ਹਿੱਲ ਗਿਆ। ਜਦੋਂ ਕਿਸੇ ਮੁਲਕ ਨੂੰ ਕੋਈ ਫਿਰ ਹੋਰ ਮੁਲਕ ਚਲਾਉਣ ਲੱਗ ਜੇ ਵੀ ਮਤਲਬ ਲੋਨ ਲੈਣ ਵਾਲੀ ਗੱਲ ਨਹੀਂ, ਮਤਲਬ ਮੈਂ ਕਹਿੰਦਾ ਮੁਲਕ ਹੀ ਗਿਰਵੀ ਰੱਖਣ ਵਾਲਾ ਕੰਮ ਹੋ ਜਾਂਦਾ। ਇਹ ਤਾਂ ਸਥਿਤੀ ਬੜੀ ਬੇਕਾਰ ਹੁੰਦੀ ਹੈ ਕਿ ਜੇ ਪੁੱਛ ਲਿਆ ਵੀ ਫਾਈਨੈਂਸ਼ੀਅਲ ਐਮਰਜੈਂਸੀ ਆਪਣੇ ਦੇਸ਼ ਕਿੰਨੇ ਵਾਰ ਲੱਗ ਗਿਆ, ਇੱਕ ਵਾਰ, ਦੋ ਵਾਰ, ਤਿੰਨ ਵਾਰ, ਉਹਦੇ ਠੁੰਗਣਾ ਮਾਰਿਆ ਉਹ ਕਿਤੇ। ਇਹ ਐਮਰਜੈਂਸੀ ਆਪਣੇ ਦੇਸ਼ ਬੱਚੋਂ ਅੱਜ ਤੱਕ ਇੱਕ ਵਾਰ ਵੀ ਨਹੀਂ ਲੱਗੀ, ਨਾ ਹੀ ਲੱਗੇ। ਮੁਲਕ ਨੰਗ ਥੋੜੀ ਹੈ। ਇਹ ਕਿਹੜਾ ਜ਼ਿੰਬਾਬਵੇ ਹੈ, ਇੰਨਾ ਪੈਸਾ ਮੁਲਕ 'ਚ ਮੈਂ ਕਹਿੰਦਾ ਇੱਥੇ ਤਾਂ ਕਰੋੜਾਂ ਦੇ ਸਕੈਮ ਹੋਈ ਜਾਂਦੇ ਆ, ਕਰੋੜਾਂ ਰੁਪਏ ਲੀਡਰ ਖਾਈ ਜਾਂਦੇ ਆ। ਇੱਥੇ ਭਾਲਦੇ ਆ ਫਾਈਨੈਂਸ਼ੀਅਲ ਐਮਰਜੈਂਸੀ। ਇੰਨਾ ਪੈਸਾ ਹੈ, ਪੈਸੇ ਦੇ ਮਾਮਲੇ 'ਚ ਆਪਣਾ ਮੁਲਕ ਟੌਪ 10 'ਚ ਹੈ। ਹਾਂ ਉਹ ਗੱਲ ਵੱਖਰੀ ਹੈ, ਜਦੋਂ ਅਮੀਰ ਮੁਲਕਾਂ ਦੀ ਸੂਚੀ ਆਉਂਦੀ ਹੈ ਉਹ 'ਚ ਮੁਲਕ ਆਪਣਾ ਟੌਪ 10 'ਚ ਹੁੰਦਾ ਹੈ। ਪਰ ਉਹ ਗੱਲ ਵੱਖਰੀ ਕਿਹੜੀ ਹੈ, ਜਦੋਂ ਗਰੀਬ ਮੁਲਕਾਂ ਦੀ ਸੂਚੀ ਆਉਂਦੀ ਹੈ ਉਹਦੇ 'ਚ ਵੀ ਟੌਪ 10 'ਚ ਆਉਂਦਾ। ਬਸ ਆਹ ਗੱਲ ਵੱਖਰੀ ਹੈ। ਪੈਸਾ ਵਾਧੂ ਹੈ ਇਹ ਨਹੀਂ ਲੱਗਦੀ, ਪਰ ਮੁੱਦੇ ਦੀ ਗੱਲ ਕਰਦੇ ਹਾਂ। ਇਹ ਐਮਰਜੈਂਸੀ ਡਿਕਲੇਅਰ ਹੁੰਦੀ ਹੈ ਬੱਚੋ, ਮਸਟ ਬੀ ਅਪਰੂਵਡ। ਇਹਨੂੰ ਵੀ ਅਪਰੂਵ ਕਰਨਾ ਹੁੰਦਾ ਬੱਚੋ ਪਾਰਲੀਮੈਂਟ ਨੇ 2 ਮਹੀਨਿਆਂ ਅੰਦਰ। ਸੋ ਨੈਸ਼ਨਲ ਐਮਰਜੈਂਸੀ ਨੇ ਅਪਰੂਵ ਕਰਨਾ ਹੁੰਦਾ ਹੈ 1 ਮਹੀਨੇ ਅੰਦਰ। ਸਟੇਟ ਐਮਰਜੈਂਸੀ ਤੇ ਫਾइनेंशियल एमरजेंसी ਦਾ ਕੀ ਆਊਗਾ 2-2 ਮਹੀਨੇ। ਇਹ ਤਾਂ ਨਹੀਂ ਭੁੱਲेंगे ਨਾ। ਜਦੋਂ ਕਹਿੰਦੇ ਇਹ ਇੱਕ ਵਾਰੀ ਅਪਰੂਵ ਕਰਤੀ, ਵੈਸੇ ਲੱਗੀ ਨਹੀਂ ਇਹ ਤਾਂ ਇਹਦਾ ਐਕਸਪੀਰੀਅੰਸ ਘੱਟ ਆ ਹਜੇ ਆਪਣੇ ਲੋਕਾਂ ਨੂੰ। ਜਦੋਂ ਇੱਕ ਵਾਰੀ ਲੱਗ ਗਈ ਫਿਰ ਕਹਿੰਦੇ ਫਾइनेंशियल एमरजेंसी ਕੰਟੀਨਿਊ ਰਹੂਗੀ, ਕੋਈ ਟਾਈਮ ਪੀਰੀਅਡ ਨਹੀਂ ਲਿਖਿਆ, ਇਨਡੈਫੀਨੇਟਲੀ till it is revoked। ਜਿੰਨਾ ਚਿਰ ਮਤਲਬ ਆਪਾਂ ਡਿਸਮਿਸ ਨਹੀਂ ਕਰਦੇ, ਜਿੰਨਾ ਚਿਰ ਆਪਾਂ ਨੂੰ ਵਾਪਸ ਨਹੀਂ ਲੈਂਦੇ, ਇਸ ਐਮਰਜੈਂਸੀ ਨੂੰ ਆਪਾਂ ਖਤਮ ਨਹੀਂ ਕਰਦੇ, ਉਨਾ ਟਾਈਮ ਬੱਚੋ ਇਹ ਐਮਰਜੈਂਸੀ ਕੀ ਹੈ ਲੱਗੀ ਰਹੇਗੀ। ਸਮਝ ਗਏ? ਚਲੋ ਇਹ ਆਪਣਾ ਬੱਚੋ ਪਾर्ट नंबर 18 है। चलो माड़ा आप डिस्कस करते हैं, कोई कुछ नहीं है, बने रहो थके ना। पार्ट 19वां, पार्ट 19 का नाम की है बच्चों, पार्ट 19 का ना ही बड़ा प्यारा है, मिसकलेनियस। इन्हें तो कलेश पवाना है। मिसलेनियस की होंगे बचा खुचिया माल, मिक्सचर। जो तुम मैथ चैप्टर करते हो टाइप वाइज कई बार बच्चा एंड ते फिर बना दिया मिसलेनियस भी कोई बचे खुचे सवाल है। हुण संविधान लगता भी लिखना तो हैगा यार, ये वास्ते फिर किहड़ा पार्ट बनाइए, वो सारा बचा खुचा माल इत्थे छड़ता इन्होंने। तो किन्ने आर्टिकल है 361 तो 367। पर कमाल देखो सवाल पेपर वाले ने भी नहीं छड्डिया। नाम बेशक दी मिसलेनियस आ बच्चो, पर कुछ तो लिखे है ਇਹਦੇ ਵਿੱਚ ਗੱਲ ਕੀਤੀ ਗਈ ਆ ਪ੍ਰੋਟੈਕਸ਼ਨ ਦੀ। ਬਸ ਤੁਹਾਨੂੰ ਆਹ ਥੀਮ ਪੁੱਛਣਗੇ, ਬਸ ਕੋਈ ਕੁਝ ਨਹੀਂ ਪੜ੍ਹਨਾ ਤੁਸੀਂ ਵੀ ਇਸ ਪਾਰਟ ਦਾ ਮੇਨ ਆਬਜੈਕਟਿਵ ਕੀ ਸੀਗਾ, ਕੀ ਹੈ ਮਿਸਲੇਨੀਅਸ ਦੇ ਵਿੱਚ। ਇਹ ਚ ਬੱਚੋ ਪ੍ਰੋਟੈਕਸ਼ਨ ਦੀ ਗੱਲ ਕੀਤੀ ਗਈ ਆ ਪ੍ਰੈਜ਼ੀਡੈਂਟ ਤੇ ਗਵਰਨਰਸ ਦੀ। ਕਿਉਂਕਿ ਤੁਹਾਨੂੰ ਪਤਾ ਹੈ ਵੈਸੇ ਵੱਖ-ਵੱਖ ਥਾਵਾਂ ਤੇ ਮੈਂ ਬੋਲਿਆ ਹੋਊਗਾ ਕਿ ਰਾਸ਼ਟਰਪਤੀ ਤੇ ਗਵਰਨਰ ਇਹ ਦੋਨਾਂ ਦੀ ਕੋਈ ਜਵਾਬਦੇਹੀ ਨਹੀਂ ਆਪਣੀ ਅਦਾਲਤਾਂ ਦੇ ਵਿੱਚ ਵੀ ਤੁਸੀਂ ਕੰਮਕਾਰ ਐਕਸਰਸਾਈਜ਼ ਕਿਵੇਂ ਕਰ ਰਹੇ ਹੋ, ਬਾਈਸੈਪ ਲਾਇਆ, ਟ੍ਰਾਈਸੈਪ ਲਾਇਆ, ਕੁਛ ਮਰਜ਼ੀ ਕਰੋ, ਆਪਦੀਆਂ ਪਾਵਰਾਂ ਕਿਵੇਂ ਮਰਜ਼ੀ ਕਰੋ, ਪਰਫਾਰਮੈਂਸਾਂ ਕੁੱਲ ਮਿਲਾ ਕੇ ਕੋਈ ਰੋਕ ਟੋਕ ਨਹੀਂ। ਜੱਜ ਤੱਕ ਵੀ ਸੰਮਨ ਨਹੀਂ ਭੇਜ ਸਕਦਾ ਪੇਸ਼ੀ ਤੇ ਆਓ ਭਾਈ ਓਏ ਤੁਹਾਡੇ ਖਿਲਾਫ ਆ ਮੁਕੱਦਮਾ ਜਾਂ ਕੁਛ ਵੀ ਹੈ। ਇਹਨਾਂ ਨੂੰ ਕੀ ਮਿਲਦੀ ਹੈ ਇਮਿਊਨਿਟੀ। ਇਹਨਾਂ ਆਪਾਂ ਕੀ ਬੋਲ ਦਿੰਦੇ ਆ ਇਮਿਊਨਿਟੀ। ਸਮਝ ਗਏ? पार्ट 19वां नाम मिसलेनियस 361 to 367 प्रोटेक्शन ऑफ प्रेसिडेंट एंड गवर्नर्स। प्रेसिडेंट और गवर्नर shall not be answerable to any court for the exercise and performance of the powers। That's it। सब तो बड़ी गल की है इन्हां दे खिलाफ, सब तो वड्डी गल तां देखो तुसीं इहनूं कहंदे आ इम्यूनिटी, इहनूं कहंदे आ अहुदा। ਤਾਂ ਕਹਿ ਦਿੰਦੇ ਆ ਵੀ ਇਹਨਾਂ ਅਹੁਦਿਆਂ ਤੇ ਰਾਸ਼ਟਰਪਤੀ ਗਵਰਨਰ ਇਹ ਬੰਦਾ ਬੜਾ ਸਾਫ ਸੁਥਰੀ ਛਵੀ ਵਾਲਾ ਬਿਠਾਉਣਾ ਪੈਂਦਾ, ਜਿਹਦਾ ਟਰੈਕ ਰਿਕਾਰਡ ਚੰਗਾ ਹੋਵੇ। ਐ ਨਾ ਹੋਏ ਵੀ 25 ਮੁਕੱਦਮੇ ਚੱਲੀ ਜਾਂਦੇ ਆ ਤੇ ਉਹੋ ਜਿਹੇ ਬੰਦੇ ਨੂੰ ਆਪਾਂ ਕੀ ਲਾ ਦਈਏ ਰਾਸ਼ਟਰਪਤੀ ਬਣਾ ਦਈਏ।